ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। 1984 ਘੱਲੂਘਾਰੇ ਤੇ ਜਗਮੀਤ ਸਿੰਘ ਦਾ ਬਿਆਨ। ਜਗਮੀਤ ਸਿੰਘ ਨੇ ਪ੍ਰਗਟਾਈ ਆਪਣੀ ਹਮਦਰਦੀ। ਕੈਨੇਡਾ 'ਚ ਪੰਜਾਬੀਆਂ ਨੇ ਚੋਰੀ ਕੀਤਾ ਪਾਣੀ, ਪੁਲਿਸ ਨੇ ਪਾਣੀ ਚੋਰੀ ਕਰਦੇ ਕੀਤੇ ਕਾਬੂ। ontario ਦੇ ਵਿੱਚ ਫਿਲਹਾਲ ਨਹੀਂ ਖੁੱਲਣਗੇ ਸਕੂਲ, ਸਤੰਬਰ ਮਹੀਨੇ ਤੱਕ ਬੰਦ ਰੱਖਣ ਦਾ ਐਲਾਨ। 215 ਬੱਚਿਆਂ ਦੀ ਯਾਦ ਵਿੱਚ ਹੋਵੇਗਾ ਪ੍ਰਦਰਸ਼ਨ। ਐਪਸਫੋਰਡ ਦੇ ਵਿੱਚ ਕੱਢੀ ਜਾਵੇਗੀ ਬਾਈਕ ਰੈਲੀ। BC ਦੇ ਵਿੱਚ 70% ਨੂੰ ਲੱਗੀ ਕੋਵਿਡ-19 ਵੈਕਸੀਨ, ਘੱਟ ਹੋਈ ਕਰੋਨਾ ਮਾਮਲਿਆਂ ਦੀ ਰਫ਼ਤਾਰ। ਐਸਟ੍ਰਾਜੈਨੇਕਾ ਟੀਕੇ ਹੋਣਗੇ ਖਰਾਬ, ਮਾਹਰਾਂ ਨੇ ਇਸ ਤੇ ਪ੍ਰਗਟਾਈ ਚਿੰਤਾ। 1984 ਘੱਲੂਘਾਰੇ ਸੰਬੰਧੀ NDP ਲੀਡਰ ਜਗਮੀਤ ਸਿੰਘ ਵੱਲੋਂ ਬਿਆਨ ਜਾਰੀ ਕੀਤਾ ਗਿਆ। ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਆਪਣੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਜਗਮੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ #NeverForget1984 ਦੀ ਵਰਤੋਂ ਕੀਤੀ ਗਈ ਹੈ। NDP ਲੀਡਰ ਜਗਮੀਤ ਸਿੰਘ ਵੱਲੋਂ 1984 ਦੇ ਘੱਲੂਘਾਰੇ ਦੇ ਸੰਬੰਧੀ ਬਿਆਨ ਜਾਰੀ ਕੀਤਾ ਗਿਆ। ਉਹਨਾਂ ਵੱਲੋਂ ਸਿੱਖ ਜੈਨੋਸਾਈਡ ਦੇ ਸੰਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਜੂਨ 1984 ਨੂੰ ਜੋ ਘੱਲੂਘਾਰਾ ਵਾਪਰਿਆ ਉਸ ਦੇ ਉੱਪਰ ਬੋਲਦਿਆਂ NDP ਲੀਡਰ ਜਗਮੀਤ ਸਿੰਘ ਵੱਲੋਂ ਜੋ ਜ਼ਿੰਦਗੀਆਂ ਖਤਮ ਹੋਈਆਂ ਉਸ ਦੇ ਉੱਪਰ ਹਮਦਰਦੀ ਪ੍ਰਗਟਾਈ ਗਈ। ਉਹਨਾਂ ਨੇ ਕਿਹਾ ਕਿ ਮੈਂ ਹਜ਼ਾਰਾਂ ਕੈਨੇਡੀਅਨਸ ਦੇ ਨਾਲ ਖੜਾ ਹਾਂ ਜੋ ਇਸ ਸੰਤਾਪ ਨੂੰ ਭੋਗ ਰਹੇ ਨੇ। ਨਾਲ ਹੀ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ #NeverForget1984 ਦੀ ਵਰਤੋਂ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I want to take a moment to reflect on the Sikh genocide. Every June, we remember the calculated and planned killing of Sikhs that began in Amritsar, the Golden Temple, and continued to November. This was a clear campaign by the Indian government to target and to kill Sikhs just because of who they are. We remember the lives lost because as Sikhs, it's our commitment to remember the injustices so they never happen again, not just to Sikhs, but to anyone. And in memory of the genocide, let us commit to building a world where everyone can live with peace, justice, and human rights. And let us remember those that lost their lives so we can prevent any future injustices from ever happening again. ਬ੍ਰੈਂਪਟਨ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ 2 ਪੰਜਾਬੀਆਂ ਨੂੰ ਕਾਬੂ ਕੀਤਾ ਗਿਆ। ਇਹਨਾਂ ਵੱਲੋਂ ਸਰਕਾਰੀ ਪੰਪ ਤੋਂ ਪਾਣੀ ਚੋਰੀ ਕੀਤਾ ਜਾ ਰਿਹਾ ਸੀ। ਇਹਨਾਂ 2 ਜਾਣਿਆਂ ਨੂੰ ਕਾਬੂ ਕੀਤਾ ਗਿਆ ਹੈ। ਕੋਰਟ ਦੇ ਵਿੱਚ ਇਹਨਾਂ ਦੀ ਪੇਸ਼ੀ ਦੀ ਤਾਰੀਖ ਨੂੰ ਵੀ ਤੈਅ ਕਰ ਲਿਆ ਗਿਆ ਹੈ। ਇਹਨਾਂ ਦੋਹਾਂ ਪੰਜਾਬੀਆਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਮਾਮਲਾ ਬ੍ਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ 2 ਪੰਜਾਬੀਆਂ ਨੂੰ ਪਾਣੀ ਚੋਰੀ ਕਰਦਿਆਂ ਕਾਬੂ ਕੀਤਾ ਗਿਆ। ਦਰਅਸਲ ਬ੍ਰੈਂਪਟਨ ਦੇ ਕੈਲੇਡਨ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 2 ਪੰਜਾਬੀ ਨੌਜਵਾਨਾਂ ਵੱਲੋਂ ਪਾਣੀ ਚੋਰੀ ਕੀਤਾ ਜਾ ਰਿਹਾ ਸੀ ਜਿਸ ਦੇ ਕਾਰਨ ਇਹਨਾਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਪੀਲ ਖੇਤਰ ਦੇ ਵਿੱਚ ਸਰਕਾਰੀ ਪੰਪ ਤੋਂ ਸਰਕਾਰੀ ਮੁਲਾਜ਼ਮਾਂ ਵਾਲੀਆਂ ਜੈਕਟਾਂ ਪਾ ਕੇ ਇਹਨਾਂ ਵੱਲੋਂ ਪਾਣੀ ਚੋਰੀ ਕੀਤਾ ਜਾ ਰਿਹਾ ਸੀ। ਇਹ ਪਾਣੀ ਚੋਰੀ ਕਰਨ ਵਾਲੇ ਪੰਜਾਬੀਆਂ ਦੀ ਪਹਿਚਾਣ ਜਨਤਕ ਕੀਤੀ ਗਈ ਹੈ ਜਿਨ੍ਹਾਂ ਦੀ ਪਹਿਚਾਣ ਬ੍ਰੈਂਪਟਨ ਵਾਸੀ ਗੁਰਦੀਪ ਬੈਂਸ ਅਤੇ ਸਵਰਾਜ ਗਿੱਲ ਦੇ ਤੌਰ ਦੇ ਉੱਪਰ ਦੱਸੀ ਗਈ। ਪੁਲਿਸ ਵੱਲੋਂ ਇਸ ਸੰਬੰਧੀ ਦੋਹਾਂ ਨੂੰ ਕਾਬੂ ਕੀਤਾ ਗਿਆ ਅਤੇ ਹੁਣ ਦੋਨਾਂ ਦੀ ਓਰੀਜਨ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। ਇਹਨਾਂ ਦੋਨਾਂ ਦੀ ਪੇਸ਼ੀ ਦੀ ਤਾਰੀਖ ਕੋਰਟ ਦੇ ਵਿੱਚ 29 ਅਗਸਤ ਦੀ ਤੈਅ ਕੀਤੀ ਗਈ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਦੇ ਮੁਤਾਬਕ ਕੈਲੇਡਨ ਦੇ ਵਿੱਚ ਜਿਹੜੇ 2 ਪੰਜਾਬੀ ਜਿਨ੍ਹਾਂ ਦੇ ਨਾਮ ਗੁਰਦੀਪ ਬੈਂਸ ਅਤੇ ਸਵਰਾਜ ਗਿੱਲ ਦੱਸੇ ਗਏ ਉਹਨਾਂ ਵੱਲੋਂ ਸਰਕਾਰੀ ਪੰਪ ਤੋਂ ਪਾਣੀ ਚੋਰੀ ਕੀਤਾ ਜਾ ਰਿਹਾ ਸੀ ਜਿਸ ਦੇ ਕਾਰਨ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕੀਤਾ ਗਿਆ। ontario ਦੇ ਵਿੱਚ ਫਿਲਹਾਲ ਸਕੂਲ ਨਹੀਂ ਖੋਲੇ ਜਾਣਗੇ। ਪ੍ਰੀਮੀਅਰ ਡਗਫੋਰਡ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਸਤੰਬਰ ਮਹੀਨੇ ਤੱਕ ਸਕੂਲਾਂ ਨੂੰ ਬੰਦ ਰੱਖਿਆ ਜਾਵੇਗਾ। ontario ਦੇ ਵਿਦਿਆਰਥੀ ਲੰਬੇ ਸਮੇਂ ਤੋਂ ਆਨਲਾਈਨ ਪੜ੍ਹਾਈ ਕਰ ਰਹੇ ਨੇ ਤੇ ਹੁਣ ਸਤੰਬਰ ਮਹੀਨੇ ਤੱਕ ਉਹਨਾਂ ਨੂੰ ਇਹ ਪੜ੍ਹਾਈ ਆਨਲਾਈਨ ਹੀ ਜਾਰੀ ਰੱਖਣੀ ਹੋਵੇਗੀ। ontario ਦੇ ਵਿੱਚ ਸਤੰਬਰ ਮਹੀਨੇ ਤੱਕ ਸਕੂਲਾਂ ਨੂੰ ਬੰਦ ਰੱਖਿਆ ਜਾਵੇਗਾ। ontario ਦੇ ਪ੍ਰੀਮੀਅਰ ਡਗਫੋਰਡ ਵੱਲੋਂ ਇਸ ਸੰਬੰਧੀ ਐਲਾਨ ਕੀਤਾ ਗਿਆ ਜਿੱਥੇ ਉਹਨਾਂ ਨੇ ਦੱਸਿਆ ਕਿ ontario ਦੇ ਸਕੂਲ ਇਨ ਪਰਸਨ ਲਰਨਿੰਗ ਦੇ ਵਾਸਤੇ ਫਾਲ ਤੱਕ ਬੰਦ ਰੱਖੇ ਜਾਣਗੇ। ਇਸ ਦੌਰਾਨ ਫੋਰਡ ਦੇ ਨਾਲ ਐਜੂਕੇਸ਼ਨ ਮਿਨਿਸਟਰ ਅਤੇ ਹੈਲਥ ਮਿਨਿਸਟਰ ਵੀ ਮੌਜੂਦ ਸਨ। ਫੋਰਡ ਵੱਲੋਂ ਪਿਛਲੇ ਹਫ਼ਤੇ ਪਬਲਿਕ ਹੈਲਥ, ਮੈਡੀਕਲ ਅਤੇ ਐਜੂਕੇਸ਼ਨ ਮਾਹਰਾਂ ਦੇ ਨਾਲ ਇਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਜਿੱਥੇ ਉਹਨਾਂ ਦੇ ਸੁਝਾਅ ਲਏ ਗਏ ਜਿਸ ਤੋਂ ਬਾਅਦ ਅੱਜ ਫੋਰਡ ਵੱਲੋਂ ਐਲਾਨ ਕੀਤਾ ਗਿਆ। ਇਸ ਸੰਬੰਧੀ ਮਾਹਰਾਂ ਵੱਲੋਂ ਕੋਰੋਨਾ ਵੇਰੀਐਂਟ ਨੂੰ ਲੈ ਕੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤੇ ਉਹਨਾਂ ਵੱਲੋਂ ਸੁਝਾਅ ਦਿੱਤਾ ਗਿਆ ਕਿ ਬੱਚਿਆਂ ਨੂੰ ਕਿਸੇ ਵੀ ਖਤਰੇ ਦੇ ਵਿੱਚ ਜਾਣੀ ਕਿ ਰਿਸਕ ਦੇ ਵਿੱਚ ਨਾ ਪਾਇਆ ਜਾਵੇ।
ਜ਼ਿਕਰਯੋਗ ਹੈ ਕਿ ਓਨਟਾਰੀਓ ਦੇ ਵਿੱਚ ਅਪ੍ਰੈਲ 19 ਤੋਂ ਹੀ ਵਿਦਿਆਰਥੀਆਂ ਵੱਲੋਂ ਆਨਲਾਈਨ ਪੜ੍ਹਾਈ ਕੀਤੀ ਜਾ ਰਹੀ ਹੈ। ਓਨਟਾਰੀਓ ਦੇ ਵਿੱਚ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦਾ ਕਾਫੀ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ, ਜਿੱਥੇ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ। ਓਨਟਾਰੀਓ ਦੇ ਵਿੱਚ ਹੁਣ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਦੇਖੀ ਗਈ ਹੈ, ਪਰ ਦੂਜੇ ਪਾਸੇ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਰਿਸਕ ਨਾ ਲੈਣ ਦੀ ਸਲਾਹ ਦਿੱਤੀ ਗਈ ਹੈ। ਡਗਫੋਰਡ ਵੱਲੋਂ ਇਹ ਵੀ ਸੁਝਾਅ ਦਿੱਤਾ ਗਿਆ ਕਿ ਸਕੂਲ ਦੇ ਸਾਲ ਦੇ ਆਖਿਰ ਦੇ ਉੱਪਰ ਸਕੂਲਾਂ ਵੱਲੋਂ ਆਊਟਡੋਰ ਗ੍ਰੈਜੂਏਸ਼ਨ ਇਵੈਂਟ ਕਰਵਾਏ ਜਾਣ ਤਾਂ ਕਿ ਵਿਦਿਆਰਥੀ ਆਪਣੇ ਦੋਸਤਾਂ ਨੂੰ ਮਿਲ ਸਕਣ। ਇਸ ਸੰਬੰਧੀ ਸਰਕਾਰ ਵੱਲੋਂ ਸਕੂਲ ਬੋਰਡ ਅਤੇ ਹੈਲਥ ਆਫੀਸ਼ੀਅਲਸ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਰਿਮੇਨਸ ਬਰਾਮਦ ਹੋਏ, ਜਿਸ ਤੋਂ ਬਾਅਦ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਨਾਂ ਬੱਚਿਆਂ ਦੀ ਯਾਦ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਐਪਸਫੋਰਡ ਦੇ ਵਿੱਚ ਇਹਨਾਂ ਬੱਚਿਆਂ ਨੂੰ ਯਾਦ ਕਰਦਿਆਂ ਬਾਈਕ ਰੈਲੀ ਕੱਢੀ ਜਾਏਗੀ। ਨਾਲ ਹੀ ਸਿਟੀ ਸੈਂਟਰ ਹਾਲ ਦੇ ਵਿੱਚ ਵੀ ਬੱਚਿਆਂ ਨੂੰ ਯਾਦ ਕਰਦਿਆਂ ਮੋਮਬੱਤੀਆਂ ਜਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਦੱਸ ਦਈਏ ਕਿ ਵਿਧਾਇਕ ਗੁਰਰਤਨ ਸਿੰਘ ਵੱਲੋਂ ਵੀ ਅਸੈਂਬਲੀ ਦੇ ਵਿੱਚ 215 ਬੱਚਿਆਂ ਦਾ ਮੁੱਦਾ ਚੁੱਕਿਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ 215 ਬੱਚਿਆਂ ਦੇ ਰਿਮੇਨਸ ਮਿਲੇ, ਜਿਸ ਤੋਂ ਬਾਅਦ ਕੈਨੇਡਾ ਦੇ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰਦਰਸ਼ਨ ਵੀ ਕੀਤਾ ਗਿਆ। ਹੁਣ ਇਸ ਸੰਬੰਧੀ ਇੱਕ ਬਾਈਕ ਰੈਲੀ ਵੀ ਕੱਢੀ ਜਾਵੇਗੀ। ਕੈਨੇਡੀਅਨਸ ਦੇ ਵੱਲੋਂ ਮੂਲ ਨਿਵਾਸੀ ਭਾਈਚਾਰੇ ਦੇ ਨਾਲ ਆਪਣੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਲਗਾਤਾਰ ਉਹਨਾਂ ਦੇ ਨਾਲ ਆਪਣੀ ਸਪੋਰਟ ਵੀ ਦਿਖਾਈ ਜਾ ਰਹੀ ਹੈ। ਸ਼ਨੀਵਾਰ ਜੂਨ 5 ਨੂੰ ਇਹਨਾਂ ਬੱਚਿਆਂ ਦੀ ਯਾਦ ਦੇ ਵਿੱਚ ਬਾਈਕ ਰੈਲੀ ਕੱਢੀ ਜਾਵੇਗੀ। ਇਸ ਦੀ ਸ਼ੁਰੂਆਤ ਐਪਸਫੋਰਡ ਆਟੋ ਮਾਲ ਤੋਂ ਹੋਵੇਗੀ, ਜੋ ਕਿ 330 ਚੀਫ ਐਲੈਕਸ ਥਾਮਸ ਵੇ ਕੈਮਲੂਪਸ ਦੇ ਵਿੱਚ ਜਾ ਕੇ ਸਮਾਪਤ ਹੋਵੇਗੀ। ਕੈਨੇਡਾ ਦੇ ਵਿੱਚ ਵਸਦੇ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਰੈਲੀ ਦੇ ਵਿੱਚ ਜਾਣੀ ਇਸ ਪ੍ਰਦਰਸ਼ਨ ਦੇ ਵਿੱਚ ਜ਼ਰੂਰ ਸ਼ਾਮਿਲ ਹੋਣ। ਇਸ ਦੇ ਨਾਲ ਹੀ ਸਰੀ ਸਿਟੀ ਹਾਲ ਦੇ ਵਿੱਚ ਵੀ 215 ਬੱਚਿਆਂ ਦੀ ਯਾਦ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ, ਜਿੱਥੇ ਮੋਮਬੱਤੀਆਂ ਜਗਾ ਕੇ ਇਹਨਾਂ ਬੱਚਿਆਂ ਨੂੰ ਯਾਦ ਕੀਤਾ ਜਾਵੇਗਾ। ਕਿਸਾਨ ਅੰਦੋਲਨ ਦੇ ਦੌਰਾਨ ਬੇਸਮੋ ਦੀ ਟੀਮ ਵੱਲੋਂ ਜਿੱਥੇ ਕਿਸਾਨਾਂ ਦੇ ਲਈ ਪ੍ਰਦਰਸ਼ਨ ਕਰਵਾਏ ਗਏ, ਉੱਥੇ ਹੀ ਉਹਨਾਂ ਵੱਲੋਂ ਹੁਣ ਸਰੀ ਸਿਟੀ ਹਾਲ ਦੇ ਵਿੱਚ 215 ਬੱਚਿਆਂ ਦੀ ਯਾਦ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਵਾਸਤੇ ਜੂਨ 4 ਸ਼ੁੱਕਰਵਾਰ ਦਾ ਸਮਾਂ ਤੈਅ ਕੀਤਾ ਗਿਆ ਹੈ, ਜੋ ਕਿ ਸ਼ਾਮ ਨੂੰ 7 ਵਜੇ ਸ਼ੁਰੂ ਹੋਵੇਗਾ। ਵਿਧਾਇਕ ਗੁਰਰਤਨ ਸਿੰਘ ਵੱਲੋਂ ਵੀ ਇਸ ਸੰਬੰਧੀ ਆਪਣੀ ਆਵਾਜ਼ ਅਸੈਂਬਲੀ ਦੇ ਵਿੱਚ ਬੁਲੰਦ ਕੀਤੀ ਗਈ, ਜਿੱਥੇ ਉਹਨਾਂ ਨੇ ਇਸ ਮਾਮਲੇ ਸੰਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਈ। I can't even begin to imagine the horror that these children face, to be stolen from their homes, to be robbed of their culture, their way of life, their language, only to be murdered and killed. These are crimes against humanity. This is genocide, the gravest of injustices. And this is an injustice that each and every one of us carries. Whether you came here a year ago or 100 years ago, we are all settlers on this land. Because the roads we drive on, our homes, our workplaces, the lives we live are on Indigenous land. Canada has failed the Indigenous community, and each and every one of us bears the weight of this failure. ਬ੍ਰਿਟਿਸ਼ ਕੋਲੰਬੀਆ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਸੰਬੰਧੀ ਰਾਹਤ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਘੱਟ ਹੋਈ ਹੈ, ਦੂਜੇ ਪਾਸੇ ਕੋਰੋਨਾ ਵਾਇਰਸ ਦੇ ਖਿਲਾਫ ਵੈਕਸੀਨ ਜਾਣੀ ਕਿ ਕੋਰੋਨਾ ਵੈਕਸੀਨ ਵੀ ਜ਼ਿਆਦਾਤਰ ਲੋਕਾਂ ਨੂੰ ਲਗਾਈ ਜਾ ਰਹੀ ਹੈ। ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ 70% ਅਡਲਟਸ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਾ ਦਿੱਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਹੁਣ ਘਟਦੀ ਹੋਈ ਨਜ਼ਰ ਆਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਕਸੀਨੇਸ਼ਨ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਲਗਾਈ ਜਾ ਰਹੀ ਹੈ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਤੱਕ 70% ਅਡਲਟਸ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਾ ਦਿੱਤੀ ਗਈ ਹੈ। ਅਕਤੂਬਰ ਮਹੀਨੇ ਤੋਂ ਬਾਅਦ ਕੋਵਿਡ ਮਾਮਲਿਆਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿੱਥੇ ਹੁਣ ਬ੍ਰਿਟਿਸ਼ ਕੋਲੰਬੀਆ ਤੋਂ 200 ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਘੱਟ ਹੁੰਦੇ ਦਿਖਾਈ ਦੇ ਰਹੇ ਨੇ, ਜੋ ਕਿ ਚੰਗੀ ਖਬਰ ਹੈ। ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਮਈ 27 ਤੱਕ ਕੋਵਿਡ-19 ਸੰਬੰਧੀ ਡਾਟਾ ਜਾਰੀ ਕੀਤਾ ਗਿਆ, ਜਿੱਥੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਵਿੱਚ ਵੈਕਸੀਨੇਸ਼ਨ ਰੇਟ 61 ਤੋਂ 80% ਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1,91,222 ਲੋਕਾਂ ਨੂੰ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲਗਾ ਦਿੱਤੀਆਂ ਗਈਆਂ ਨੇ, ਜਿਸ ਦਾ ਮਤਲਬ ਹੈ ਕਿ ਉਹ ਫੁੱਲੀ ਵੈਕਸੀਨੇਟਡ ਨੇ।
ਇਸ ਪ੍ਰੋਵਿੰਸ ਦੇ ਵਿੱਚ 18 ਸਾਲ ਤੋਂ ਵੱਧ ਉਮਰ ਵਾਲੇ 70% ਲੋਕਾਂ ਨੂੰ ਵੈਕਸੀਨੇਸ਼ਨ ਦੀ ਫਰਸਟ ਡੋਜ਼ ਲੱਗ ਚੁੱਕੀ ਹੈ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਵੈਕਸੀਨੇਸ਼ਨ ਨੂੰ ਤੇਜ਼ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਵੱਲੋਂ ਆਪਣੀ ਰੀਓਪਨਿੰਗ ਪਲਾਨ ਵੀ ਐਲਾਨੇ ਜਾ ਚੁੱਕੇ ਨੇ। ਹੁਣ ਇਹਨਾਂ ਸੂਬਿਆਂ ਵੱਲੋਂ ਟੀਚਾ ਮਿੱਥਿਆ ਗਿਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨੇਸ਼ਨ ਪਹੁੰਚਾਈ ਜਾ ਸਕੇ। NACI ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਾਇਆ ਗਿਆ ਉਹ ਫਾਈਜ਼ਰ ਅਤੇ ਮੋਡਰਨਾ ਦਾ ਦੂਸਰਾ ਡੋਜ਼ ਲਗਵਾ ਸਕਣਗੇ। ਇਸ ਤੋਂ ਬਾਅਦ ਮਾਹਰਾਂ ਵੱਲੋਂ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਐਸਟ੍ਰਾਜੈਨੇਕਾ ਵੈਕਸੀਨ ਦੇ ਸ਼ਾਟਸ ਇਸ ਦੇ ਨਾਲ ਖਰਾਬ ਹੋਣਗੇ। ਕੈਨੇਡਾ ਵੱਲੋਂ ਜੋ ਐਸਟ੍ਰਾਜੈਨੇਕਾ ਟੀਕੇ ਦੇ ਸ਼ਾਟਸ ਖਰੀਦੇ ਗਏ ਉਹਨਾਂ ਵਿੱਚੋਂ ਹੁਣ ਜਿਹੜੇ ਬਾਕੀ ਬਚੇ ਨੇ ਉਹ ਖਰਾਬ ਹੋ ਜਾਣਗੇ, ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਬਲੱਡ ਕਲੌਟ ਦੇ ਕਾਰਨ ਇਹ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ। NACI ਵੱਲੋਂ ਰეკਮੈਂਡ ਕੀਤਾ ਗਿਆ ਕਿ ਜਿਨ੍ਹਾਂ ਨੇ ਐਸਟ੍ਰਾਜੈਨੇਕਾ ਦਾ ਪਹਿਲਾ ਡੋਜ਼ ਲਗਵਾਇਆ ਉਹ ਹੁਣ ਫਾਈਜ਼ਰ ਤੇ ਮੋਡਰਨਾ ਦਾ ਦੂਸਰਾ ਡੋਜ਼ ਲਗਵਾ ਸਕਦੇ ਨੇ। ਇਸ ਤੋਂ ਬਾਅਦ ਮਾਹਰਾਂ ਵੱਲੋਂ ਇਸ ਸੰਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਐਸਟ੍ਰਾਜੈਨੇਕਾ ਵੈਕਸੀਨ ਹੁਣ ਵੇਸਟ ਹੋਵੇਗਾ। ਇਸ ਤੋਂ ਪਹਿਲਾਂ ਯੂਰਪ ਵੱਲੋਂ ਇਹ ਕਿਹਾ ਗਿਆ ਸੀ ਕਿ ਕੋਵਿਡ-19 ਵੈਕਸੀਨ ਨੂੰ ਮਿਲਾ ਕੇ ਲਗਾਉਣਾ ਸੁਰੱਖਿਅਤ ਹੈ। ਸਸਕੈਚੁਆਨ ਅਤੇ ਨਿਊ ਬਰਨਸਵਿਕ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹ NACI ਦੀ ਗਾਈਡੈਂਸ ਨੂੰ ਆਪਣੇ ਪਲਾਨ ਦੇ ਵਿੱਚ ਸ਼ਾਮਲ ਕਰਨਗੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਇਸ ਸੰਬੰਧੀ ਆਪਣੀ ਅਨਾਉਂਸਮੈਂਟ ਅਜੇ ਕੀਤੀ ਜਾਣੀ ਬਾਕੀ ਹੈ। ਜਾਣਕਾਰੀ ਦੇ ਮੁਤਾਬਕ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਟੀਕੇ ਦੀਆਂ 20 ਮਿਲੀਅਨ ਡੋਜ਼ਸ ਖਰੀਦੀਆਂ ਗਈਆਂ। ਮਈ 22 ਤੱਕ 2.1 ਮਿਲੀਅਨ ਕੈਨੇਡੀਅਨਸ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ ਹੈ। 6,884 ਫੁੱਲੀ ਵੈਕਸੀਨੇਟਡ ਨੇ, ਜਿਨ੍ਹਾਂ ਨੂੰ ਐਸਟ੍ਰਾਜੈਨੇਕਾ ਵੈਕਸੀਨ ਦੀਆਂ ਦੋਨੋਂ ਡੋਜ਼ ਲਗਾਈਆਂ ਗਈਆਂ ਨੇ। ਮਾਹਰਾਂ ਵੱਲੋਂ ਇਸ ਸੰਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਹੁਣ ਇਸ ਦੇ ਨਾਲ ਐਸਟ੍ਰਾਜੈਨੇਕਾ ਵੈਕਸੀਨ ਦੀਆਂ ਬਾਕੀ ਡੋਜ਼ ਖਰਾਬ ਹੋਣਗੀਆਂ। ਐਸਟ੍ਰਾਜੈਨੇਕਾ ਟੀਕੇ ਦੇ ਨਾਲ ਬਲੱਡ ਕਲੌਟ ਦਾ ਵਿਵਾਦ ਜੁੜਿਆ ਹੋਇਆ ਹੈ। ਕੈਨੇਡਾ ਤੋਂ ਕਈ ਬਲੱਡ ਕਲੌਟ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਵਾਈ ਗਈ ਸੀ। ਇਸ ਤੋਂ ਬਾਅਦ ਵੱਖ-ਵੱਖ ਸੂਬਿਆਂ ਵੱਲੋਂ ਐਸਟ੍ਰਾਜੈਨੇਕਾ ਟੀਕੇ ਦੀ ਇਸਤੇਮਾਲ ਦੇ ਉੱਪਰ ਕੁਝ ਸਮੇਂ ਦੇ ਲਈ ਰੋਕ ਲਗਾਈ ਗਈ ਸੀ। NACI ਵੱਲੋਂ ਇਸ ਸੰਬੰਧੀ ਆਪਣੀ ਗਾਈਡੈਂਸ ਦਿੱਤੀ ਗਈ, ਜਿੱਥੇ ਉਨ੍ਹਾਂ ਨੇ ਕਿਹਾ ਕਿ ਪ੍ਰੋਵਿੰਸਸ ਦੇ ਵਿੱਚ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਗਿਆ ਉਹ ਹੁਣ ਫਾਈਜ਼ਰ ਅਤੇ ਮੋਡਰਨਾ ਦਾ ਦੂਸਰਾ ਡੋਜ਼ ਲਗਵਾ ਸਕਦੇ ਨੇ। ਪਿਛਲੇ ਹਫ਼ਤੇ ਹੈਲਥ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਟੀਕੇ ਦੀ ਐਕਸਪਾਇਰੀ ਡੇਟ ਨੂੰ ਵੀ ਵਧਾਇਆ ਗਿਆ ਸੀ। ਜੋ ਟੀਕੇ ਮਈ 31 ਨੂੰ ਐਕਸਪਾਇਰ ਹੋਣੇ ਸਨ, ਉਹਨਾਂ ਦੀ ਮਿਆਦ ਜੁਲਾਈ 1 ਤੱਕ ਕੀਤੀ ਗਈ ਸੀ। ਸਰੀ ਦੇ ਮਾਲ ਦੇ ਵਿੱਚ ਇੱਕ ਵਿਅਕਤੀ ਵੱਲੋਂ ਗ੍ਰਾਹਕਾਂ ਅਤੇ ਕਰਮਚਾਰੀਆਂ ਨੂੰ ਧਮਕਾਇਆ ਜਾ ਰਿਹਾ ਸੀ। RCMP ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਕੋਲੋਂ 2 ਇਮੀਟੇਸ਼ਨ ਗਨ ਬਰਾਮਦ ਕੀਤੀਆਂ ਗਈਆਂ ਨੇ। ਪੁਲਿਸ ਵੱਲੋਂ ਇਸ ਸੰਬੰਧੀ तमाम ਜਾਣਕਾਰੀ ਸਾਂਝੀ ਕੀਤੀ ਗਈ ਹੈ। ਨਾਲ ਹੀ ਇਹ ਅਪੀਲ ਕੀਤੀ ਹੈ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੈ ਤਾਂ ਉਹ ਜ਼ਰੂਰ ਪੁਲਿਸ ਦੇ ਨਾਲ ਅਤੇ ਕ੍ਰਾਈਮ ਸਟਾਪਰਸ ਦੇ ਨਾਲ ਸਾਂਝੀ ਕਰੇ। ਸਰੀ RCMP ਵੱਲੋਂ ਸਰੀ ਮਾਲ ਦੇ ਵਿੱਚੋਂ ਇੱਕ ਵਿਅਕਤੀ ਨੂੰ 2 ਇਮੀਟੇਸ਼ਨ ਗਨਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਵਿਅਕਤੀ ਦੇ ਉੱਪਰ ਕਈ ਚਾਰਜ ਲਗਾਏ ਗਏ ਹਨ। ਸੈਂਟਰ ਸਿਟੀ ਸ਼ਾਪਿੰਗ ਸੈਂਟਰ ਦੇ ਵਿੱਚ ਇੱਕ ਸਸਪੈਕਟ ਵੱਲੋਂ ਕਰਮਚਾਰੀਆਂ ਅਤੇ ਗ੍ਰਾਹਕਾਂ ਨੂੰ ਧਮਕਾਇਆ ਜਾ ਰਿਹਾ ਸੀ। ਇਸ ਸਸਪੈਕਟ ਦਾ ਨਾਮ ਕੋਡੀ ਦੱਸਿਆ ਗਿਆ ਹੈ, ਜਿਸ ਦੀ ਉਮਰ 36 ਸਾਲ ਦੇ ਕਰੀਬ ਦੱਸੀ ਗਈ। ਇਸ ਵਿਅਕਤੀ ਦੇ ਉੱਪਰ possession of weapon for dangerous purpose, pointing a firearm, assault with weapon, using a firearm in commission of an offence ਅਤੇ carrying a concealed weapon ਵਰਗੇ ਚਾਰਜ ਲਗਾਏ ਗਏ ਹਨ। ਜਾਣਕਾਰੀ ਦੇ ਮੁਤਾਬਕ ਇਸ ਨੂੰ ਕਸਟਡੀ ਜਾਣੀ ਕਿ ਹਿਰਾਸਤ ਦੇ ਵਿੱਚ ਹੀ ਰੱਖਿਆ ਜਾਵੇਗਾ। ਪੁਲਿਸ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਪੁਲਿਸ ਨੂੰ ਸ਼ਾਮੀ 5:53 ਦੇ ਉੱਪਰ 10,153 ਕਿੰਗ ਜਾਰਜ ਬਿਲਵਰਡ ਦੇ ਵਿੱਚ ਬੁਲਾਇਆ ਗਿਆ, ਜਿੱਥੇ ਮਾਲ ਦੇ ਵਿੱਚ ਗਨ ਦੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਸੀ। ਇਸ ਸਸਪੈਕਟ ਵੱਲੋਂ ਇੱਥੋਂ ਦੇ ਕਰਮਚਾਰੀ ਜਾਣੀ ਕਿ ਮਾਲ ਦੇ ਕਰਮਚਾਰੀ ਅਤੇ ਮੌਜੂਦ ਗ੍ਰਾਹਕਾਂ ਨੂੰ ਧਮਕਾਇਆ ਜਾ ਰਿਹਾ ਸੀ। ਇਸ ਸਸਪੈਕਟ ਨੂੰ ਕੁਝ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਸਰੀ RCMP ਵੱਲੋਂ तमाम ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ 6045990502 ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ 1800-222 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਸਰੀ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਨਿਊਟਨ ਦੇ ਟ੍ਰੈਫਿਕ ਸਟਾਪ ਦੇ ਉੱਪਰ ਇੱਕ ਗਨ ਬਰਾਮਦ ਹੋਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਮੌਕੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ। ਨਿਊਟਨ ਦੇ ਟ੍ਰੈਫਿਕ ਸਟਾਪ ਦੇ ਉੱਪਰ ਜਦੋਂ ਵਾਹਨ ਨੂੰ ਰੋਕਿਆ ਗਿਆ ਤੇ ਉਸ ਡਰਾਈਵਰ ਦੇ ਕੋਲੋਂ ਇਹ ਗਨ ਬਰਾਮਦ ਹੋਈ। ਸਰੀ RCMP ਵੱਲੋਂ ਇੱਕ ਲੋਡਡ ਗਨ ਬਰਾਮਦ ਕੀਤੀ ਗਈ।
ਆਰਸੀਐਮਪੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਨਿਊਟਨ ਦੇ ਟ੍ਰੈਫਿਕ ਸਟਾਪ ਦੇ ਉੱਪਰ ਉਹਨਾਂ ਨੂੰ ਲੋਡਡ ਗਨ ਬਰਾਮਦ ਹੋਈ ਹੈ। ਜਾਣਕਾਰੀ ਦੇ ਮੁਤਾਬਕ ਫਰੰਟਲਾਈਨ ਆਫੀਸਰਸ 28 ਮਈ ਨੂੰ ਤੜਕੇ 1:45 ਦੇ ਉੱਪਰ ਨਿਊਟਨ ਦੇ ਵਿੱਚ ਪੈਟਰੋਲਿੰਗ ਕਰ ਰਹੇ ਸਨ, ਜਿੱਥੇ ਉਹਨਾਂ ਨੇ ਇੱਕ ਵਾਹਨ ਦੇਖਿਆ ਜੋ ਕਿ ਇਨਐਕਟਿਵ ਇੰਸ਼ੋਰੈਂਸ ਦੇ ਨਾਲ ਸੀ। ਪੁਲਿਸ ਵੱਲੋਂ ਇਸ ਵਾਹਨ ਨੂੰ ਕਿੰਗ ਜਾਰਜ ਬੁਲਵਰਡ ਦੇ ਵਿੱਚ ਰੁਕਵਾਇਆ ਗਿਆ, ਜਿੱਥੇ ਉਹਨਾਂ ਨੂੰ ਡਰਾਈਵਰ ਦੇ ਕੋਲੋਂ ਲੋਡਡ ਫਾਇਰਆਰਮ ਬਰਾਮਦ ਹੋਈ। ਰਿਲੀਜ਼ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਵਾਹਨ ਨੂੰ ਟੋ ਕੀਤਾ ਗਿਆ ਤੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ। ਡਰਾਈਵਰ ਦੇ ਕੋਲ ਇਸ ਹਥਿਆਰ ਦਾ ਲੀਗਲ ਲਾਇਸੈਂਸ ਨਹੀਂ ਸੀ, ਜਿਸ ਦੇ ਚੱਲਦਿਆਂ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ। ਆਰਸੀਐਮਪੀ ਵੱਲੋਂ ਹੁਣ ਤੱਕ ਇਸ ਸੰਬੰਧੀ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਨਿਊਟਨ ਦੇ ਟ੍ਰੈਫਿਕ ਸਟਾਪ ਦੇ ਉੱਪਰ ਜਦੋਂ ਇੱਕ ਵਾਹਨ ਨੂੰ ਰੁਕਵਾਇਆ ਗਿਆ ਤਾਂ ਉਸ ਦੇ ਕੋਲੋਂ ਲੋਡਡ ਗਨ ਬਰਾਮਦ ਹੋਈ ਹੈ ਤੇ ਇਸ ਦੇ ਚੱਲਦਿਆਂ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਾਰੀ ਜਾਣਕਾਰੀ ਆਰਸੀਐਮਪੀ ਵੱਲੋਂ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ ਹੈ। ਕੈਨੇਡਾ ਦੇ ਕਿਊਬੈਕ ਤੋਂ ਬਲੱਡ ਕਲੌਟ ਦਾ ਮਾਮਲਾ ਸਾਹਮਣੇ ਆਇਆ ਹੈ। ਕਿਊਬੈਕ ਤੋਂ 9ਵੇਂ ਬਲੱਡ ਕਲੌਟ ਦੇ ਮਾਮਲੇ ਦੀ ਪੁਸ਼ਟੀ ਹੋਈ ਹੈ, ਜਿਸ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਾਇਆ ਗਿਆ। ਜਾਣਕਾਰੀ ਦੇ ਮੁਤਾਬਕ ਇਸ ਮਰੀਜ਼ ਵੱਲੋਂ ਆਪਣੇ ਘਰ ਦੇ ਵਿੱਚ ਰਿਕਵਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕੈਨੇਡਾ ਦੇ ਵਿੱਚ ਇਸ ਤੋਂ ਪਹਿਲਾਂ ਵੀ ਬਲੱਡ ਕਲੌਟ ਦੇ ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਵਾਈ ਗਈ ਸੀ। ਕਿਊਬੈਕ ਤੋਂ ਇੱਕ ਹੋਰ ਬਲੱਡ ਕਲੌਟ ਦੇ ਮਾਮਲੇ ਦੀ ਪੁਸ਼ਟੀ ਹੋਈ ਹੈ। ਕਿਊਬੈਕ ਤੋਂ 9ਵਾਂ ਬਲੱਡ ਕਲੌਟ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਹਮਣੇ ਆਇਆ ਹੈ। ਇਸ ਮਰੀਜ਼ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਵਾਈ ਗਈ ਸੀ, ਜਿਸ ਦੀ ਜਾਣਕਾਰੀ ਪ੍ਰੋਵਿੰਸ ਹੈਲਥ ਮਿਨਿਸਟਰੀ ਵੱਲੋਂ ਸਾਂਝੀ ਕੀਤੀ ਗਈ ਹੈ। ਮਿਨਿਸਟਰੀ ਦੇ ਮੁਤਾਬਕ ਇਸ ਸਮੇਂ ਇਹ ਮਰੀਜ਼ ਘਰ ਦੇ ਵਿੱਚ ਰਿਕਵਰ ਕਰ ਰਿਹਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ 50,000 ਦੇ ਵਿੱਚੋਂ ਇੱਕ ਬਲੱਡ ਕਲੌਟ ਦਾ ਮਾਮਲਾ ਸਾਹਮਣੇ ਆਉਂਦਾ ਹੈ। ਦੂਸਰੀ ਡੋਜ਼ ਦੇ ਦੌਰਾਨ ਇਸ ਦਾ ਅੰਦਾਜ਼ਾ 6 ਲੱਖ ਕੇਸਾਂ ਵਿੱਚੋਂ ਇੱਕ ਦਾ ਹੋ ਜਾਂਦਾ ਹੈ। ਅਪ੍ਰੈਲ ਮਹੀਨੇ ਕਿਊਬੈਕ ਦੇ ਵਿੱਚ ਇੱਕ ਔਰਤ ਦੀ ਇਸ ਕਾਰਨ ਮੌਤ ਵੀ ਹੋ ਗਈ, ਜਿਸ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਵਾਇਆ ਗਿਆ ਤੇ ਉਸ ਦੇ ਬਲੱਡ ਕਲੌਟ ਬਣੇ ਸਨ। ਇਸ ਔਰਤ ਦੀ ਉਮਰ 54 ਸਾਲ ਦੱਸੀ ਗਈ। ਮਿਨਿਸਟਰੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਵੱਲੋਂ ਵੈਕਸੀਨ ਲਗਵਾਈ ਗਈ, ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਿੰਪਟਮਸ ਆਉਂਦੇ ਨੇ ਤਾਂ ਉਹ ਡਾਕਟਰ ਦੇ ਨਾਲ ਜ਼ਰੂਰ ਸਲਾਹ ਮਸ਼ਵਰਾ ਕਰਨ। ਉਹਨਾਂ ਦੇ ਮੁਤਾਬਕ ਜੇਕਰ ਕਿਸੇ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਹੈ, ਚੈਸਟ ਪੇਨ ਹੁੰਦੀ ਹੈ, ਲੱਤਾਂ ਦੇ ਵਿੱਚ ਸੋਜ ਪੈਂਦੀ ਹੈ, ਢਿੱਡ ਦੇ ਵਿੱਚ ਦਰਦ ਹੁੰਦੀ ਹੈ, ਸਿਰ ਦੇ ਵਿੱਚ ਦਰਦ ਹੁੰਦੀ ਹੈ, ਜਾਂ ਫਿਰ ਦੇਖਣ ਦੇ ਵਿੱਚ ਤਕਲੀਫ ਆਉਂਦੀ ਹੈ, ਜਾਂ ਫਿਰ ਉਹਨਾਂ ਦੀ ਚਮੜੀ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਜ਼ਰ ਆਉਂਦਾ ਹੈ, ਤਾਂ ਇਹ ਡਾਕਟਰ ਦੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇ। ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ 2021 ਤੋਂ 2023 ਦੇ ਦੌਰਾਨ ਪੀਐਨਪੀ ਡਰਾ ਦੇ ਤਹਿਤ 80,000 ਇਮੀਗ੍ਰੈਂਟਸ ਦੇ ਸਵਾਗਤ ਦਾ ਟੀਚਾ ਮਿਥਿਆ ਗਿਆ। ਇਸ ਨੂੰ ਲੈ ਕੇ ਵੱਖ-ਵੱਖ ਸੂਬਿਆਂ ਵੱਲੋਂ ਹੁਣ ਤੱਕ ਕਈ ਪੀਐਨਪੀ ਡਰਾ ਐਲਾਨ ਕੀਤੇ ਗਏ, ਜਿਸ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਕਿ ਹੁਣ ਤੱਕ ਕਿਸ ਸੂਬੇ ਵੱਲੋਂ ਕਿੰਨੇ ਪੀਐਨਪੀ ਡਰਾ ਕੱਢੇ ਗਏ ਅਤੇ ਕਿੰਨੇ ਜਾਣਿਆਂ ਨੂੰ ਇਨਵੀਟੇਸ਼ਨ ਦਿੱਤੇ ਗਏ ਨੇ। ਮਈ ਮਹੀਨਾ ਪੀਐਨਪੀ ਡਰਾ ਦੇ ਵਾਸਤੇ ਕਾਫੀ ਚੰਗਾ ਰਿਹਾ। ਇਨ੍ਹਾਂ ਡਰਾ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ। ਵੱਖ-ਵੱਖ ਸੂਬਿਆਂ ਵੱਲੋਂ ਕੋਰੋਨਾ ਵਾਇਰਸ ਦੇ ਦੌਰਾਨ ਵੀ ਆਪਣੇ ਡਰਾ ਐਲਾਨੇ ਗਏ। 2021 ਤੋਂ ਲੈ ਕੇ 2023 ਤੱਕ ਪੀਐਨਪੀ ਦੇ ਜ਼ਰੀਏ 80,000 ਇਮੀਗ੍ਰੈਂਟਸ ਦੇ ਸਵਾਗਤ ਦਾ ਟੀਚਾ ਰੱਖਿਆ ਗਿਆ। ਮਈ ਮਹੀਨੇ ਦੌਰਾਨ ਕੁੱਲ 1057 ਪੀਐਨਪੀ ਉਮੀਦਵਾਰਾਂ ਨੂੰ ਪੀਆਰ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਓਨਟਾਰੀਓ ਵੱਲੋਂ ਮਈ ਮਹੀਨੇ ਦੌਰਾਨ 6 ਪੀਐਨਪੀ ਡਰਾ ਕੱਢੇ ਗਏ। ਪਹਿਲਾ ਡਰਾ ਮਈ 4 ਨੂੰ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 102 ਉਮੀਦਵਾਰਾਂ ਨੂੰ ਓਨਟਾਰੀਓ ਦੀ ਐਕਸਪ੍ਰੈਸ ਐਂਟਰੀ ਫ੍ਰੈਂਚ ਸਪੀਕਿੰਗ ਸਕਿਲਡ ਵਰਕਰ ਸਟਰੀਮ ਦੇ ਅਧੀਨ ਸੱਦੇ ਦਿੱਤੇ ਗਏ। ਮਈ ਮਹੀਨੇ ਦੇ ਵਿੱਚ 145 ਫੋਰਨ ਵਰਕਰਸ ਅਤੇ 296 ਇੰਟਰਨੈਸ਼ਨਲ ਸਟੂਡੈਂਟਸ ਨੂੰ ਇਨਵੀਟੇਸ਼ਨ ਮਿਲੇ ਨੇ। ਐਲਬਰਟਾ ਵੱਲੋਂ ਮਈ ਮਹੀਨੇ ਦੇ ਦੌਰਾਨ 2 ਡਰਾ ਕੱਢੇ ਗਏ, ਜਿਸ ਦੇ ਵਿੱਚ 500 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। ਮਈ ਮਹੀਨੇ ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਵੱਲੋਂ 3 ਇਨਵੀਟੇਸ਼ਨ ਰਾਉਂਡ ਐਲਾਨੇ ਗਏ, ਜਿਸ ਦੇ ਵਿੱਚ 528 ਇਨਵੀਟੇਸ਼ਨ ਦਿੱਤੇ ਗਏ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅਧੀਨ ਜੋ ਡਰਾ ਕੱਢੇ ਗਏ, ਉਸ ਦੇ ਵਿੱਚ 382 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਨ੍ਹਾਂ ਵਿੱਚੋਂ 32 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਵੀ ਇਨਵੀਟੇਸ਼ਨ ਦਿੱਤੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਮਈ ਮਹੀਨੇ ਦੌਰਾਨ 915 ਉਮੀਦਵਾਰਾਂ ਨੂੰ ਨੋਮੀਨੇਸ਼ਨ ਜਾਰੀ ਕੀਤੇ ਗਏ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਮਈ 20 ਨੂੰ ਆਪਣੇ ਡਰਾ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 155 ਇਨਵੀਟੇਸ਼ਨ ਦਿੱਤੇ ਗਏ। ਇਨ੍ਹਾਂ ਵਿੱਚੋਂ 138 ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਕੈਂਡੀਡੇਟਸ ਨੂੰ ਇਨਵੀਟੇਸ਼ਨ ਦਿੱਤੇ। ਇਸ
ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਦੇ ਵਿੱਚ 1000 ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਨੇ। ਕਿਊਬੈਕ ਦੇ ਵਿੱਚ ਵੀ 300 ਤੋਂ ਘੱਟ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਕੈਨੇਡਾ ਦੇ ਵਿੱਚ ਘਟ ਰਹੀ ਹੈ, ਜੋ ਕਿ ਇੱਕ ਚੰਗੀ ਖਬਰ ਹੈ। ਨਾਲ ਹੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਨੇ ਕਰੋਨਾ ਵਾਇਰਸ ਦੇ ਹਾਲਾਤ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ PNP ਟੈਕ ਪਾਇਲਟ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 68 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਡਰਾਅ ਦਾ ਐਲਾਨ ਬ੍ਰਿਟਿਸ਼ ਕੋਲੰਬੀਆ ਵੱਲੋਂ ਜੂਨ 1 ਨੂੰ ਕੀਤਾ ਗਿਆ, ਜਿੱਥੇ ਟੈਕਨੋਲੋਜੀ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਸੈਕਟਰ ਦੇ ਨਾਲ ਜੁੜੇ ਹੋਏ 68 ਵਰਕਰਜ਼ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਜਿਨ੍ਹਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਉਹ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਬ ਕੈਟੇਗਰੀ ਦੇ ਵਿੱਚੋਂ ਸਨ। ਇਸ ਡਰਾਅ ਦੇ ਵਿੱਚ ਸੱਦਾ ਹਾਸਲ ਕਰਨ ਦੇ ਵਾਸਤੇ ਉਮੀਦਵਾਰਾਂ ਦੇ ਕੋਲ ਘੱਟੋ-ਘੱਟ 80 ਪ੍ਰੋਵਿੰਸ਼ੀਅਲ ਸਕੋਰ ਹੋਣੇ ਜ਼ਰੂਰੀ ਸਨ। ਜਿਨ੍ਹਾਂ ਉਮੀਦਵਾਰਾਂ ਨੂੰ ਸੱਦੇ ਮਿਲ ਗਏ ਉਹਨਾਂ ਦੇ ਕੋਲ ਹੁਣ ਨੋਮੀਨੇਸ਼ਨ ਨੂੰ ਅਪਲਾਈ ਕਰਨ ਦੇ ਵਾਸਤੇ 30 ਦਿਨ ਦਾ ਸਮਾਂ ਹੋਵੇਗਾ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ PNP ਟੈਕ ਪਾਇਲਟ ਦੀ ਸ਼ੁਰੂਆਤ ਮਈ 2017 ਨੂੰ ਕੀਤੀ ਗਈ ਸੀ, ਜਿਸ ਦੇ ਤਹਿਤ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਜਾਂਦੇ ਨੇ। ਹੁਣ ਤੱਕ 2021 ਦੇ ਦੌਰਾਨ ਬ੍ਰਿਟਿਸ਼ ਕੋਲੰਬੀਆ ਵੱਲੋਂ 4876 ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਨੇ। ਇਹ ਸੱਦੇ PNP ਦੇ ਜ਼ਰੀਏ ਦਿੱਤੇ ਗਏ ਨੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਘੱਟ ਹੋਈ ਹੈ, ਜਿੱਥੇ ਓਨਟਾਰੀਓ ਤੋਂ ਵੀ ਹੁਣ 1000 ਤੋਂ 24 ਘੰਟਿਆਂ ਦੌਰਾਨ 733 ਕਰੋਨਾ ਦੇ ਮਾਮਲੇ ਸਾਹਮਣੇ ਆਏ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 5,32,891 ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਟੋਰਾਂਟੋ ਤੋਂ 173, ਪੀਲ ਰੀਜਨ ਤੋਂ 134, ਯਾਰਕ ਰੀਜਨ ਤੋਂ 69 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ 25 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਾਰਨ ਚਲੀ ਗਈ, ਜਿਸ ਦੇ ਨਾਲ ਹੁਣ ਤੱਕ ਦਾ ਮੌਤਾਂ ਦਾ ਅੰਕੜਾ 8,791 ਹੋ ਗਿਆ। ਓਨਟਾਰੀਓ ਦੇ ਵਿੱਚ 5,13,436 ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 708 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 576 ਇੰਟੈਂਸਿਵ ਕੇਅਰ ਅਧੀਨ ਨੇ ਤੇ 399 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 288 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 5 ਮੌਤਾਂ ਦਰਜ ਕੀਤੀਆਂ ਗਈਆਂ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 3,70,815 ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਤੱਕ 11,138 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਹਸਪਤਾਲ ਦੇ ਵਿੱਚ 340 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 77 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ 24 ਘੰਟਿਆਂ ਦੌਰਾਨ 6 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਾਰਨ ਗਈ, ਜਿਸ ਦੇ ਨਾਲ ਹੁਣ ਤੱਕ ਦਾ ਮੌਤਾਂ ਦਾ ਅੰਕੜਾ 1062 ਹੋ ਗਿਆ। ਹੈਲਥ ਆਫੀਸ਼ੀਅਲਸ ਵੱਲੋਂ ਅਨਾਉਂਸ ਕੀਤਾ ਗਿਆ ਕਿ ਮੈਨੀਟੋਬਾ ਦੇ ਵਿੱਚ 24 ਘੰਟਿਆਂ ਦੇ ਵਿੱਚ 267 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਮਾਰਚ 2020 ਤੋਂ ਲੈ ਕੇ ਹੁਣ ਤੱਕ ਮੈਨੀਟੋਬਾ ਦੇ ਵਿੱਚ 51,580 ਮਾਮਲੇ ਸਾਹਮਣੇ ਆ ਚੁੱਕੇ ਨੇ। ਕੈਨੇਡਾ ਤੋਂ ਹੁਣ ਤੱਕ 13.8 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 25,609 ਮੌਤਾਂ ਕਰੋਨਾ ਵਾਇਰਸ ਦੇ ਕਾਰਨ ਦਰਜ ਕੀਤੀਆਂ ਗਈਆਂ। 13.3 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਕੇਸ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। 1984 ਘੱਲੂਘਾਰੇ ਤੇ ਜਗਮੀਤ ਸਿੰਘ ਦਾ ਬਿਆਨ। ਜਗਮੀਤ ਸਿੰਘ ਨੇ ਪ੍ਰਗਟਾਈ ਆਪਣੀ ਹਮਦਰਦੀ। ਕੈਨੇਡਾ 'ਚ ਪੰਜਾਬੀਆਂ ਨੇ ਚੋਰੀ ਕੀਤਾ ਪਾਣੀ, ਪੁਲਿਸ ਨੇ ਪਾਣੀ ਚੋਰੀ ਕਰਦੇ ਕੀਤੇ ਕਾਬੂ। ਓਨਟਾਰੀਓ ਦੇ ਵਿੱਚ ਫਿਲਹਾਲ ਨਹੀਂ ਖੁੱਲਣਗੇ ਸਕੂਲ, ਸਤੰਬਰ ਮਹੀਨੇ ਤੱਕ ਬੰਦ ਰੱਖਣ ਦਾ ਐਲਾਨ। 215 ਬੱਚਿਆਂ ਦੀ ਯਾਦ ਵਿੱਚ ਹੋਵੇਗਾ ਪ੍ਰਦਰਸ਼ਨ। ਐਪਸਫੋਰਡ ਦੇ ਵਿੱਚ ਕੱਢੀ ਜਾਵੇਗੀ ਬਾਈਕ ਰੈਲੀ। BC ਦੇ ਵਿੱਚ 70% ਨੂੰ ਲੱਗੀ ਕੋਵਿਡ-19 ਵੈਕਸੀਨ, ਘੱਟ ਹੋਈ ਕਰੋਨਾ ਮਾਮਲਿਆਂ ਦੀ ਰਫ਼ਤਾਰ। ਐਸਟ੍ਰਾਜੈਨੇਕਾ ਟੀਕੇ ਹੋਣਗੇ ਖਰਾਬ, ਮਾਹਰਾਂ ਨੇ ਇਸ ਤੇ ਪ੍ਰਗਟਾਈ ਚਿੰਤਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।